प्यारे विद्यार्थियों, सत श्री अकाल। मेरा नाम विश्वामित्र, वोकेशनल टीचर आटोमोबाइल, सरकारी सीनियर सेकेंडरी स्कूल जान ਚੱਬੇਵਾਲ, ਹੁਸ਼ਿਆਰਪੁਰ। ਅੱਜ ਅਸੀਂ ਗੱਲ ਕਰਾਂਗੇ ਇੰਜਣ ਦੀ ਜਾਂਚ ਅਤੇ ਇਸ ਦੇ ਕੰਮ ਕਰਨ ਦੇ ਤਰੀਕੇ ਬਾਰੇ। ਸੋ ਵਿਦਿਆਰਥੀਓ, ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਆਪਾਂ ਇੰਜਣ ਬਾਰੇ ਬਹੁਤ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਇਹ ਕਿਸ ਤਰ੍ਹਾਂ ਹੁੰਦਾ ਹੈ, ਕਿਸ ਤਰ੍ਹਾਂ ਕੰਮ ਕਰਦਾ ਹੈ। ਤਾਂ ਆਪਾਂ ਅੱਜ ਇਸ ਬਾਰੇ ਡੀਪਲੀ ਜਾਂਚਾਂਗੇ ਕਿ ਜਿਹੜਾ ਇੰਜਣ ਚੱਲਦਾ ਹੈ, ਇਸ ਦਾ ਕੰਮ ਕਰਨ ਦਾ ਤਰੀਕਾ ਕੀ ਹੁੰਦਾ ਹੈ ਅਤੇ ਇਸ ਵਿੱਚ ਕਿਹੜੇ ਫਾਲਟ ਪੈਂਦੇ ਰਹਿੰਦੇ ਹਨ ਅਤੇ ਉਹਨਾਂ ਨੂੰ ਫਾਲਟਾਂ ਨੂੰ ਅਸੀਂ ਕਿਸ ਪ੍ਰਕਾਰ ਲੱਭ ਸਕਦੇ ਹਾਂ। ਸੋ ਆਪਾਂ ਗੱਲ ਕਰਦੇ ਹਾਂ ਇੰਜਣ ਦੀ ਜਾਂਚ ਸੰਬੰਧਿਤ ਜਾਣਕਾਰੀ। ਜਦੋਂ ਕਾਰ ਦਾ ਜ਼ਿਕਰ ਆਵੇ ਤਾਂ ਇਸ ਦਾ ਇੰਜਣ ਹੀ ਮੁੱਖ ਭਾਗ ਹੁੰਦਾ ਹੈ। ਇੰਜਣ ਨੂੰ ਕਾਰ ਦੀ ਰੂਹ ਵਜੋਂ ਵੀ ਵਿਚਾਰਿਆ ਜਾ ਸਕਦਾ ਹੈ। ਦਰਅਸਲ ਜੇਕਰ ਤੁਹਾਡੇ ਕੋਲ ਭਾਵੇਂ ਲਸ਼ਕਦੀਆਂ ਅਤੇ ਬੇਹੱਦ ਸੰਭਾਲੀਆਂ ਗੱਡੀਆਂ ਦਾ ਗੁੱਟ ਹੈ, ਪਰ ਜੇਕਰ ਉਹਨਾਂ ਦਾ ਇੰਜਣ ਕੰਮ ਨਹੀਂ ਕਰਦਾ ਤਾਂ ਇਹ ਕਬਾੜ ਤੋਂ ਵਧੇਰੇ ਕੁਝ ਨਹੀਂ। ਸੋ ਵਿਦਿਆਰਥੀਓ, ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਰੋਡ ਦੇ ਉੱਤੇ ਬਹੁਤ ਸਾਰੀਆਂ ਵੱਡੀ ਸੋਹਣੀਆਂ ਗੱਡੀਆਂ, ਹਰ ਤਰ੍ਹਾਂ ਦੇ ਵੱਖ ਗੱਡੀਆਂ ਨੂੰ ਅਸੀਂ ਦੇਖਦੇ ਹਾਂ, ਲਿਸ਼ਕਦੀਆਂ ਗੱਡੀਆਂ। ਪਰ ਵਿਦਿਆਰਥੀਓ, ਕੀ ਇਹ ਜਿੰਨੀਆਂ ਗੱਡੀਆਂ ਟਰਾਂਸਪੋਰਟ ਜੋ ਵੀ ਅਸੀਂ ਔਨ ਰੋਡ ਚੱਲਦੇ ਵੇਖਦੇ ਹਾਂ, ਜੇਕਰ ਇਹਨਾਂ ਦਾ ਇੰਜਣ ਕਿਸੇ ਕੰਮ ਦਾ ਨਾ ਹੋਵੇ ਤਾਂ ਕੀ ਇਸ ਨੂੰ ਆਪਾਂ ਇੱਕ ਵਧੀਆ ਗੱਡੀ ਕਹਿ ਸਕਦੇ ਹਾਂ? ਸੋ ਇਸ ਕਰਕੇ ਜਿਹੜਾ ਇੰਜਣ ਹੈ, ਗੱਡੀ ਦੀ ਰੂਹ ਵਜੋਂ ਵੀ ਜਾਣਿਆ ਜਾਂਦਾ ਹੈ, ਜਿਸ ਨੂੰ ਆਪਾਂ ਆਟੋਮੋਬਾਈਲ ਦਾ ਹਾਰਟ ਵੀ ਕਹਿੰਦੇ ਹਾਂ, ਦਿਲ ਵੀ ਕਹਿ ਸਕਦੇ ਹਾਂ। ਸੋ ਆਪਾਂ ਹੁਣ ਗੱਲ ਕਰਦੇ ਹਾਂ ਨੈਕਸਟ। ਜੇਕਰ ਉਹਨਾਂ ਦਾ ਇੰਜਣ ਕੰਮ ਨਹੀਂ ਕਰਦਾ ਤਾਂ ਇਹ ਕਬਾੜ ਤੋਂ ਵਧੇਰੇ ਕੁਝ ਨਹੀਂ। ਤੁਹਾਡੀ ਕਾਰ ਦੀ ਲੰਮੀ ਉਮਰ ਦੀ ਤਸੱਲੀ ਦੇ ਮੱਦੇਨਜ਼ਰ ਤੁਹਾਨੂੰ ਇੰਜਣ ਦੀ ਨਿਯਮਿਤ ਸੰਭਾਲ ਵਿੱਚੋਂ ਹੀ ਗੁਜ਼ਰਨਾ ਪਏਗਾ। ਮਤਲਬ ਕਿ ਆਪਾਂ ਗੱਡੀ ਚਾਹੇ ਜਿੰਨੀ ਮਰਜ਼ੀ ਵਧੀਆ ਲੈ ਲਈਏ, ਜਿੰਨੀ ਮਰਜ਼ੀ ਕੋਸਟਲੀ ਲੈ ਲਈਏ, ਉਹਦਾ ਇੰਜਣ ਜਿੰਨਾ ਮਰਜ਼ੀ ਵਧੀਆ ਹੋਏਗਾ, ਪਰ ਜੇ ਆਪਾਂ ਉਹਦੀ ਸਾਂਭ ਸੰਭਾਲ, ਮੇਨਟੇਨੈਂਸ ਸਮੇਂ ਸਿਰ ਨਹੀਂ ਕਰਦੇ ਤਾਂ ਇਹ ਸਾਡੀ ਗੱਡੀ ਦਾ ਇੰਜਣ ਬਹੁਤ ਜਲਦੀ ਹੀ ਖਰਾਬ ਹੋ ਜਾਵੇਗਾ। ਇਸ ਕਰਕੇ ਸਾਨੂੰ ਇੰਜਣ ਦੀ ਨਿਰੰਤਰ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਜਿਵੇਂ ਅਸੀਂ ਜਾਣਦੇ ਹਾਂ ਕਿ ਇੰਜਣ ਆਟੋਮੋਬਾਈਲ ਦਾ ਊਰਜਾ ਉਤਪੰਨ ਕਰਨ ਵਾਲਾ ਭਾਗ, ਜਿੱਥੇ ਬਾਲਣ ਬਲ ਕੇ ਬਲਣਸ਼ੀਲ ਊਰਜਾ ਪੈਦਾ ਕਰਦਾ ਹੈ ਅਤੇ ਇਹ ਤਾਪ ਊਰਜਾ, ਜਿਸ ਨੂੰ ਆਪਾਂ ਹੀਟ ਐਨਰਜੀ, ਗਤੀਆਤਮਕ ਊਰਜਾ ਵਿੱਚ ਤਬਦੀਲ ਹੁੰਦੀ ਹੈ। ਸੋ ਵਿਦਿਆਰਥੀਓ, ਇਸ ਵਿੱਚ ਆਪਾਂ ਗੱਲ ਇਹ ਕਰਦੇ ਹਾਂ ਕਿ ਜਿਹੜੀ ਇੰਜਣ ਦੀ ਵਰਕਿੰਗ ਹੁੰਦੀ ਆ, ਉਸ ਵਿੱਚ ਕਿਸ ਤਰ੍ਹਾਂ ਜਿਹੜਾ ਸਾਡਾ ਫਿਊਲ ਹੈਗਾ ਆ, ਉਹ ਅੱਗੇ ਜਾ ਕੇ ਕੀ ਰੋਲ ਕਰਦਾ ਆ, ਕਿਸ ਪ੍ਰਕਾਰ ਉਹ ਸਾਡੀ ਇੰਜਣ ਨੂੰ ਚਲਾ ਦਿੰਦਾ ਆ। ਤਾਂ ਇਹਦੇ ਵਿੱਚ ਜੋ ਇਹਦਾ ਵਰਕਿੰਗ ਪ੍ਰਿੰਸੀਪਲ ਇਹ ਹੈਗਾ ਕਿ ਇੰਜਣ ਸਾਡੇ ਫਿਊਲ ਨੂੰ ਬਾਲ ਕੇ ਫਿਰ ਵਿਦਿਆਰਥੀਓ, ਆਪਾਂ ਅੱਗੇ ਗੱਲ ਕਰਦੇ ਹਾਂ ਕਿ ਪਿਸਟਨ ਸਿਲੰਡਰ ਦੇ ਅੰਦਰ ਅਪ ਡਾਊਨ ਹੁੰਦਾ ਹੈ। ਪਿਸਟਨ ਦੇ ਅਪ ਡਾਊਨ ਹੋਣ ਦੇ ਨਾਲ ਪਿਸਟਨ ਦੇ ਨਾਲ ਕਨੈਕਟਿੰਗ ਰੋਡ ਜੁੜੀ ਹੁੰਦੀ ਹੈ। ਕਨੈਕਟਿੰਗ ਰੋਡ ਪਿਸਟਨ
ਅਤੇ ਕ੍ਰੈਂਕਸ਼ਾਫਟ ਨੂੰ ਜੋੜਨ ਵਾਲੀ ਰੌਡ ਹੁੰਦੀ ਹੈ। ਜਦੋਂ ਪਿਸਟਨ ਅਪ ਡਾਊਨ ਹੁੰਦਾ ਹੈ ਉਸ ਨਾਲ ਹੀ ਕ੍ਰੈਂਕਸ਼ਾਫਟ ਘੁੰਮਣਾ ਸ਼ੁਰੂ ਹੋ ਜਾਂਦਾ ਹੈ ਅਤੇ ਕ੍ਰੈਂਕਸ਼ਾਫਟ ਦੇ ਘੁੰਮਣ ਦੇ ਨਾਲ ਥਰੂ ਟਾਈਮਿੰਗ ਬੈਲਟਸ ਕੈਮ ਅਰੇਂਜਮੈਂਟ ਜੋ ਵੀ ਕਿ ਸਿਲੰਡਰ ਹੈਡ ਦੇ ਵਿੱਚ ਮੌਜੂਦ ਹੁੰਦਾ ਹੈ, ਕੈਮ ਅਰੇਂਜਮੈਂਟ ਘੁੰਮਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਇਨਲੈਟ ਤੇ ਐਗਜ਼ੌਸਟ ਵਾਲਵਸ ਵੀ ਅਪ ਡਾਊਨ ਖੁੱਲ੍ਹਣੇ ਅਤੇ ਬੰਦ ਹੋਣੇ ਸ਼ੁਰੂ ਹੋ ਜਾਂਦੇ ਹਨ, ਜਿਸ ਨਾਲ ਇਸ ਜਿਹੜਾ 4 ਸਟ੍ਰੋਕ ਇੰਜਣ ਦਾ ਵਰਕਿੰਗ ਸਟਾਰਟ ਹੋ ਜਾਂਦੀ ਹੈ। ਨੈਕਸਟ ਵਿਦਿਆਰਥੀਓ, ਅਸੀਂ ਇਹਦੇ ਵਿੱਚ ਗੱਲ ਇਹ ਕਰਾਂਗੇ ਕਿ ਇੰਜਣ ਵਿੱਚ ਵੱਖੋ ਵੱਖ ਰਿਸਾਅ ਹੁੰਦੇ ਹਨ। ਰਿਸਾਅ ਮਤਲਬ ਕਿ ਵੱਖੋ ਵੱਖ ਪ੍ਰਕਾਰ ਦੀਆਂ ਲੀਕੇਜਸ, ਲੀਕ ਕਰਨਾ ਕਿਸੇ ਚੀਜ਼ ਦਾ, ਅਤੇ ਇਹ ਬੇਹੱਦ ਜ਼ਰੂਰੀ ਹੈ ਕਿ ਵਾਹਨ ਦੀ ਨਿਯਮਿਤ ਜਾਂਚ ਹੁੰਦੀ ਰਹੇ। ਸੋ ਜੇ ਵੱਖੋ ਵੱਖ ਰਿਸਾਅ ਲੀਕੇਜ ਹੁੰਦੀ ਰਹੀ ਤਾਂ ਉਹ ਸਾਡੇ ਇੰਜਣ ਵਾਸਤੇ, ਵਾਹਨ ਵਾਸਤੇ ਹਾਨੀਕਾਰਕ ਹੋ ਸਕਦਾ ਹੈ। ਇਸ ਕਰਕੇ ਸਾਨੂੰ ਇਸ ਦੀ ਨਿਰੰਤਰ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਬਲਣਸ਼ੀਲ ਗੈਸਾਂ ਦਾ ਰਿਸਾਅ ਪਿਕਅਪ ਅਤੇ ਮਾਈਲੇਜ ਨੂੰ ਘਟਾਉਂਦਾ ਹੈ। ਸੋ ਵਿਦਿਆਰਥੀਓ, ਇਹ ਬਲਣਸ਼ੀਲ ਗੈਸਾਂ ਕਿਹੜੀਆਂ ਹੁੰਦੀਆਂ ਨੇ, ਇਹ ਕਿੱਥੋਂ ਲੀਕ ਕਰਦੀਆਂ ਨੇ, ਇਹਦੇ ਨਾਲ ਮਾਈਲੇਜ ਪਿਕਅਪ ਦਾ ਕੀ ਸੰਬੰਧ ਹੈ, ਉਹ ਆਪਾਂ ਗੱਲ ਕਰਦੇ ਹਾਂ। ਸੋ ਇਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇੰਜਣ ਦੇ ਸਿਲੰਡਰ ਵਿੱਚ ਸਾਰੀ ਬਾਲਣ ਕਿਰਿਆ ਹੁੰਦੀ ਹੈ। ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਫਿਊਲ ਬਲ ਕੇ ਹੀਟ ਐਨਰਜੀ ਜਨਰੇਟ ਹੁੰਦੀ ਹੈ ਅਤੇ ਉਸ ਹੀਟ ਐਨਰਜੀ ਨੂੰ ਗਤੀਜ ਊਰਜਾ ਵਿੱਚ ਕਨਵਰਟ ਕੀਤਾ ਜਾਂਦਾ ਹੈ। ਜਦੋਂ ਵਿਦਿਆਰਥੀਓ ਸਾਡੇ ਸਿਲੰਡਰ ਵਿੱਚ ਕੋਈ ਲੀਕੇਜ ਆ ਜਾਂਦੀ ਹੈ, ਜਿਸ ਪ੍ਰਕਾਰ ਕਿ ਵਾਲਵ ਇਨਲੈਟ ਅਤੇ ਐਗਜ਼ੌਸਟ ਵਾਲਵ ਸੀਟਾਂ ਦੇ ਉੱਤੇ ਬੈਠਦੇ ਹਨ, ਜਦੋਂ ਉਹ ਵਾਲਵ ਸੀਟਾਂ ਡੈਮੇਜ ਹੋ ਜਾਣ, ਉਸ ਦੇ ਨਾਲ ਕੀ ਹੋਏਗਾ, ਜਾਂ ਫਿਰ ਜਿਹੜੇ ਇੰਜਣ ਦੇ ਨਾਲ ਮੈਨੀਫੋਲਡਸ ਨੇ, ਉਹ ਜੇ ਉਹਨਾਂ ਵਿੱਚ ਕੋਈ ਲੀਕੇਜ ਆ ਜਾਵੇ ਤਾਂ ਇਹ ਜਿਹੜਾ ਕੰਬਸਚਨ ਜਿਹੜਾ ਹੁੰਦਾ ਹੈ, ਬਲਣਸ਼ੀਲ ਗੈਸਾਂ ਉਸ ਜਗ੍ਹਾ ਤੋਂ ਨਿਕਲ ਜਾਂਦੀਆਂ ਹਨ, ਜਿਸ ਦੇ ਨਾਲ ਸਾਨੂੰ ਇੰਜਣ ਦੇ ਸਿਲੰਡਰ ਵਿੱਚ ਸਹੀ ਦਬਾਅ ਪ੍ਰਾਪਤ ਨਹੀਂ ਹੁੰਦਾ, ਜਿਸ ਕਰਕੇ ਜੋ ਇਸ ਦੀ ਪਿਕਅਪ, ਅਸੀਂ ਗੱਲ ਕਰਦੇ ਹਾਂ, ਪਿਕਅਪ ਘੱਟ ਜਾਂਦੀ ਹੈ। ਪਿਕਅਪ ਘਟਣ ਦੇ ਨਾਲ ਨਾਲ ਗੱਡੀ ਦੀ ਮਾਈਲੇਜ ਨੂੰ ਵੀ ਘਟਾਉਂਦਾ ਹੈ, ਕਿਉਂਕਿ ਮਾਈਲੇਜ ਆਟੋਮੈਟਿਕ ਹੀ ਘਟੇਗੀ, ਕਿਉਂਕਿ ਜਦੋਂ ਵੱਧ ਫਿਊਲ ਲੱਗੇਗਾ, ਕਿਉਂਕਿ ਫਿਊਲ ਸਾਨੂੰ ਜ਼ਿਆਦਾ ਲਗਾਉਣਾ ਪਏਗਾ ਇੰਜਣ ਨੂੰ ਚਲਾਉਣ ਦੇ ਲਈ, ਅਤੇ ਜਦ ਸਾਡਾ ਕੰਬਸਚਨ ਮਿਕਸਚਰ ਜਦ ਸਾਡਾ ਲੀਕ ਹੋਣ ਲੱਗ ਪਿਆ ਅਤੇ ਸਾਡੀ ਜਿਹੜੀ, ਸੋ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਦੋਂ ਸਾਡਾ ਫਿਊਲ ਮਿਕਸਚਰ ਲੀਕ ਕਰ ਗਿਆ, ਕੰਬਸਚਨ ਗੈਸਿਸ ਵੀ ਲੀਕ ਕਰ ਜਾਣਗੀਆਂ, ਕਿਉਂਕਿ ਇੰਜਣ ਦੇ ਸਿਲੰਡਰ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਲੀਕੇਜ ਜ਼ਰੂਰ ਹੈ। ਇਸ ਚੀਜ਼ ਦਾ ਪਤਾ ਸਾਨੂੰ ਲੱਗੇਗਾ ਕਿ ਇੰਜਣ ਦੇ ਆਲੇ ਦੁਆਲੇ ਕਾਲਖ ਜੰਮਣੀ ਸ਼ੁਰੂ ਹੋ ਜਾਏਗੀ। ਸੋ ਇਸ ਕਰਕੇ ਬਲਣਸ਼ੀਲ ਗੈਸਾਂ ਨਾਲ ਪਿਕਅਪ ਅਤੇ ਮਾਈਲੇਜ ਘਟੇਗੀ। ਨੈਕਸਟ ਇਸ ਵਿੱਚ ਕੂਲੈਂਟ ਦਾ ਰਿਸਾਅ ਹੁੰਦਾ ਹੈ। ਕੂਲੈਂਟ ਸਾਡੇ ਕੂਲਿੰਗ ਪ੍ਰਬੰਧ ਵਿੱਚ, ਇੰਜਣ ਦੇ ਕੂਲਿੰਗ ਪ੍ਰਬੰਧ ਵਿੱਚ ਆਉਂਦਾ ਹੈ। ਕੂਲੈਂਟ ਇੰਜਣ ਨੂੰ ਨਿਰੰਤਰ ਠੰਡਾ ਕਰਨ ਵਿੱਚ ਸਹਾਇਕ ਹੁੰਦਾ ਹੈ। ਕੂਲੈਂਟ ਦੇ ਰਿਸਾਅ ਦੇ ਨਾਲ ਇੰਜਣ ਦੇ ਤਾਪਮਾਨ ਵਿੱਚ ਵਾਧਾ ਹੋਵੇਗਾ
ਇੰਜਣ ਲੋੜ ਤੋਂ ਵੱਧ ਤਾਪਮਾਨ ਉਸਦਾ ਬਣਦਾ ਰਹੇਗਾ, ਜਿਸ ਕਾਰਨ ਓਵਰ ਹੀਟਿੰਗ ਹੋਣ ਦੇ ਚਾਂਸ ਹੋ ਸਕਦੇ ਹਨ ਅਤੇ ਕਲਪੁਰਜੇ ਵੀ ਤੇਜ਼ੀ ਨਾਲ ਖਰਾਬ ਹੋਣਗੇ। ਸੋ ਵਿਦਿਆਰਥੀਓ, ਸਾਨੂੰ ਇਹ ਪਤਾ ਹੈ ਕਿ ਜਦੋਂ ਵਾਹਨ ਲੋੜ ਤੋਂ ਵੱਧ ਗਰਮ ਹੋਵੇਗਾ, ਉਸ ਨਾਲ ਸਾਡਾ ਜਿਹੜਾ ਲੁਬਰੀਕੇਸ਼ਨ ਆਇਲ ਹੈ ਉਹ ਜਲਦੀ ਹੀ ਸੁੱਕ ਜਾਏਗਾ, ਜਿਸ ਨਾਲ ਇੰਜਣ ਦੇ ਭਾਗਾਂ ਵਿੱਚ ਰਗੜ ਵੱਲ ਪੈਦਾ ਹੋ ਜਾਏਗਾ। ਇਸ ਰਗੜ ਵੱਲ ਸੋ ਵਿਦਿਆਰਥੀਓ, ਇੱਥੇ ਆਪਾਂ ਕਹਿ ਸਕਦੇ ਹਾਂ ਕਿ ਕੂਲੈਂਟ ਰਿਸਾਅ ਨਾਲ ਸਾਡੇ ਵਾਹਨ ਦਾ ਟੈਂਪਰੇਚਰ ਉਹ ਮੇਨਟੇਨ ਨਹੀਂ ਰਹਿ ਪਾਏਗਾ, ਗੱਡੀ ਓਵਰਹੀਟ ਹੋਏਗੀ। ਓਵਰਹੀਟ ਹੋਣ ਨਾਲ ਇੰਜਣ ਆਇਲ ਇਹ ਬਹੁਤ ਜਲਦੀ ਵਾਸ਼ਪ ਹੋ ਕੇ ਸੁੱਕ ਜਾਏਗਾ, ਜਲ ਜਾਏਗਾ, ਜਿਸ ਨਾਲ ਭਾਗਾਂ ਵਿੱਚ ਰਗੜ ਬਣਦੀ ਜਾਏਗੀ। ਰਗੜ ਹੋਣ ਨਾਲ ਕਲਪੁਰਜੇ ਓਵਰਹੀਟ ਹੋਣੇ ਸ਼ੁਰੂ ਹੋ ਜਾਣਗੇ, ਜਿਸ ਨਾਲ ਇੰਜਣ ਸੀਜ਼ ਵੀ ਹੋ ਸਕਦਾ ਹੈ। ਇਸ ਕਰਕੇ ਸਾਨੂੰ ਆਪਣੇ ਕੂਲਿੰਗ ਪ੍ਰਬੰਧ ਦੇ ਰਿਸਾਅ ਦੀ ਨਿਰੰਤਰ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਨੈਕਸਟ, ਇਸ ਵਿੱਚ ਹੀ ਲੁਬਰੀਕੇਟਿੰਗ ਤੇਲ ਦੇ ਰਿਸਾਅ ਨਾਲ ਰਗੜ ਵਧੇਗੀ ਅਤੇ ਇੰਜਣ ਦੀ ਊਰਜਾ ਪੈਦਾਵਾਰ ਵਿੱਚ ਕਮੀ ਆਵੇਗੀ। ਸੋ ਇਹ ਬੇਹੱਦ ਜ਼ਰੂਰੀ ਹੈ ਕਿ ਰਿਸਾਅ ਸੰਬੰਧਿਤ ਨਿਯਮਿਤ ਜਾਂਚ ਹੁੰਦੀ ਰਹੇ। ਜੇਕਰ ਰਿਸਾਅ ਹੁੰਦਾ ਹੈ ਤਾਂ ਇਸ ਦੀ ਤੁਰੰਤ ਮੁਰੰਮਤ ਕਰਾਈ ਜਾਵੇ, ਤਾਂ ਜੋ ਇੰਜਣ ਕੰਡਮ ਜਾਂ ਫੇਲੀਅਰ ਹੋਣ ਤੋਂ ਬਚ ਸਕੇ। ਸੋ ਵਿਦਿਆਰਥੀਓ, ਇੱਥੇ ਆਪਾਂ ਵੱਖੋ ਵੱਖ ਰਿਸਾਅ ਸੰਬੰਧਿਤ ਗੱਲ ਕੀਤੀ। ਉਮੀਦ ਹੈ ਕਿ ਇਹ ਤੁਹਾਨੂੰ ਇੰਜਣ ਦੇ ਜਾਂਚ ਸੰਬੰਧੀ ਕੰਮ ਪਤਾ ਲੱਗ ਗਏ ਹੋਣਗੇ। ਆਪਾਂ ਨੈਕਸਟ ਇੱਕ ਵੀਡੀਓ ਦੇ ਰਾਹੀਂ ਇੰਜਣ ਦੀ ਵਰਕਿੰਗ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇੰਟਰਨਲ ਕੰਬਸਸ਼ਨ 4 ਸਟ੍ਰੋਕ ਇੰਜਨ ਵਿੱਚ ਕਿਸ ਤਰ੍ਹਾਂ ਅੰਦਰੂਨੀ ਭਾਗ ਕੰਮ ਕਰਦੇ ਹਨ। ਸੋ ਇਸ ਨੂੰ ਆਪਾਂ ਦੇਖਦੇ ਹਾਂ। Today, the internal combustion engine is used in motorcycles, automobiles, boats, trucks, aircraft, ships, heavy-duty machinery and power generators. A 4-stroke engine is an internal combustion engine in which the piston completes 4 separate strokes: intake, compression, power, and exhaust during 2 separate revolutions of the engine's crankshaft and 1 single thermodynamic cycle. Let's take a look at the basic internal parts of a 4-stroke. ਸੋ ਵਿਦਿਆਰਥੀਓ, ਤੁਸੀਂ ਇੱਥੇ ਦੇਖਿਆ ਕਿ ਕਿਸ ਪ੍ਰਕਾਰ ਇੰਜਣ ਦੇ ਅੰਦਰ ਕਲਪੁਰਜੇ ਆਪਸ ਵਿੱਚ ਸੰਪਰਕ ਬਣਾ ਕੇ ਚੱਲਦੇ ਹਨ। ਇੰਜਣ ਵਿੱਚ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਪਿਸਟਨ ਸਿਲੰਡਰ ਵਿੱਚ ਚੱਲ ਰਿਹਾ ਹੈ, ਅਪ ਡਾਊਨ ਹੋ ਰਿਹਾ ਹੈ। ਉਸ ਦੇ ਨਾਲ ਕਨੈਕਟਿੰਗ ਰਾਡ ਅਤੇ ਕ੍ਰੈਂਕਸ਼ਾਫਟ ਵੀ ਜੁੜੇ ਹਨ ਅਤੇ ਆਪਸ ਵਿੱਚ ਇਹ ਤਾਲਮੇਲ ਬਣਾ ਕੇ ਇੱਕ ਟਾਈਮਿੰਗ ਨਾਲ ਕੰਮ ਕਰਦੇ ਹਨ। Inside the engine block, there is a crankshaft. Piston rods are attached to crankshaft. Pistons are attached to the piston's rods. As the crankshaft turns, it causes the lifter to make each piston move up and down. At the top of ਇੱਥੇ ਤੁਸੀਂ ਦੇਖਿਆ ਕਿ ਕਿਸ ਪ੍ਰਕਾਰ ਕ੍ਰੈਂਕਸ਼ਾਫਟ ਨਾਲ ਕਨੈਕਟਿੰਗ ਰੋਡ ਪਿਸਟਨ ਆਪਸ ਵਿੱਚ ਤਾਲਮੇਲ ਬਣਾ ਕੇ ਅਪ ਡਾਊਨ ਹੋ ਰਹੇ ਨੇ। the crankshaft there is a camshaft which is connected to the crankshaft by a timing belt. While the crankshaft is making the pistons move up and ਹੁਣ ਇੱਥੇ ਤੁਸੀਂ ਦੇਖਿਆ ਕਿ ਸੰਪੂਰਨ ਤੌਰ 'ਤੇ ਉੱਪਰ ਕੈਮ ਅਰੇਂਜਮੈਂਟ ਵੀ ਆ ਗਿਆ। ਕੈਮ ਅਰੇਂਜਮੈਂਟ ਇੱਕ ਟਾਈਮਿੰਗ ਬੈਲਟ ਦੇ ਨਾਲ ਕ੍ਰੈਂਕਸ਼ਾਫਟ ਦੇ ਨਾਲ ਸਿੱਧੇ ਸੰਪਰਕ ਵਿੱਚ ਜੁੜਿਆ ਹੁੰਦਾ ਹੈ। down, the camshaft is turning, making the valves to open and close. Let's now take a look at how the combustion. ਨੈਕਸਟ ਵਿਦਿਆਰਥੀਓ, ਤੁਸੀਂ ਇਹ ਤੁਹਾਡੇ ਸਾਹਮਣੇ ਜਿਹੜੀ ਪਿਕਚਰ ਹੈਗੀ ਆ,
ਇਸ ਵਿੱਚ ਅਸੀਂ ਵਾਲਵ ਅਰੇਂਜਮੈਂਟ ਦੇਖ ਰਹੇ ਹਾਂ। ਲੈਫਟ ਸਾਈਡ 'ਤੇ ਤੁਸੀਂ ਦੇਖ ਸਕਦੇ ਹੋ ਕਿ ਇਨਲੈਟ ਵਾਲਵਸ ਅਰੇਂਜਮੈਂਟ ਹੈਗੇ ਆ, ਅਤੇ ਰਾਈਟ ਸਾਈਡ ਵਿੱਚ ਐਗਜ਼ੌਸਟ ਵਾਲਵਸ ਅਰੇਂਜਮੈਂਟ ਹੈਗੇ ਆ। ਸੈਂਟਰ ਵਿੱਚ ਤੁਸੀਂ ਸਪਾਰਕ ਪਲੱਗ ਦੇਖ ਸਕਦੇ ਹੋ। ਸੋ ਵਿਦਿਆਰਥੀਓ, ਇੱਥੇ 4 ਸਟ੍ਰੋਕ ਇੰਜਨ ਦੀ ਵਰਕਿੰਗ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਫਿਊਲ ਏਅਰ ਮਿਕਸਚਰ, ਪੈਟਰੋਲ ਅਤੇ ਹਵਾ ਦਾ ਜਿਹੜਾ ਮਿਸ਼ਰਣ ਹੈ, ਉਹ ਇਨਲੈਟ ਵਾਲਵ ਦੇ ਖੁੱਲ੍ਹਣ ਦੇ ਨਾਲ ਇਨਟੇਕ ਸਟ੍ਰੋਕ ਦੇ ਦੌਰਾਨ ਸਿਲੰਡਰ ਦੇ ਅੰਦਰ ਐਂਟਰ ਹੋ ਜਾਂਦਾ ਹੈ। ਉਸ ਦੌਰਾਨ ਆਊਟਲੈਟ ਵਾਲਵਸ ਬੰਦ ਹੁੰਦੇ ਹਨ ਅਤੇ ਪਿਸਟਨ TDC ਤੋਂ BDC ਆ ਜਾਂਦਾ ਹੈ। Creates piston's motion. First, intake stroke. The inlet valve is opened, and the fuel-air mixture is drawn in as the piston travels down. Second, compression. ਸੋ ਵਿਦਿਆਰਥੀਓ, ਦੇਖਿਆ ਕਿਸ ਪ੍ਰਕਾਰ ਤੁਸੀਂ ਇਨਲੈਟ ਵਾਲਵ ਖੁੱਲ੍ਹਣ ਨਾਲ ਫਿਊਲ ਏਅਰ ਮਿਕਸਚਰ ਆ ਗਿਆ ਅਤੇ ਪਿਸਟਨ TDC ਪੋਜੀਸ਼ਨ ਤੋਂ BDC ਪੋਜੀਸ਼ਨ ਵਿੱਚ ਆ ਚੁੱਕਿਆ ਹੈ। ਹੁਣ ਨੈਕਸਟ ਸਟ੍ਰੋਕ ਹੈ ਕੰਪਰੈਸ਼ਨ ਸਟ੍ਰੋਕ, ਉਸ ਨੂੰ ਅਸੀਂ ਦੇਖ ਲੈਂਦੇ ਹਾਂ। Stroke. The inlet valve is closed, and the piston travels back up the cylinder, compressing the fuel-air mixture. Just before piston reaches the top of its compression stroke. ਸੋ ਵਿਦਿਆਰਥੀਓ, ਤੁਸੀਂ ਦੇਖਿਆ ਕਿਸ ਪ੍ਰਕਾਰ ਕੰਪਰੈਸ਼ਨ ਸਟ੍ਰੋਕ ਦੇ ਦੌਰਾਨ ਪਿਸਟਨ BDC to TDC ਆ ਗਿਆ। ਇੱਥੇ ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਸ ਟਾਈਮ ਕੰਪਰੈਸ਼ਨ ਸਟ੍ਰੋਕ ਸ਼ੁਰੂ ਹੋਇਆ, ਸਾਡੇ ਦੋਨੋਂ ਜਿਹੜੇ ਵਾਲਵ ਇਨਲੈਟ ਅਤੇ ਆਊਟਲੈਟ, ਇਹ ਦੋਨੋਂ ਹੀ ਬੰਦ ਪੋਜੀਸ਼ਨ ਵਿੱਚ ਹੁੰਦੇ ਹਨ। ਇਹਨਾਂ ਦੇ ਬੰਦ ਹੋਣ ਦੇ ਨਾਲ ਹੀ ਇਹ ਜਿਹੜਾ ਮਿਕਸਚਰ ਹੈ ਦਬਾਅ ਹੇਠ ਆ ਪਾਉਂਦਾ ਹੈ। Spark plug emits a spark to combust the fuel-air mixture. ਹੁਣ ਆਪਾਂ ਦੇਖ ਸਕਦੇ ਹਾਂ ਕਿ ਕਿਸ ਪ੍ਰਕਾਰ ਉੱਥੇ ਸਪਾਰਕ ਜਨਰੇਟ ਹੋਣ ਦੇ ਨਾਲ ਬਲਾਸਟ ਹੋ ਗਿਆ। ਸੋ ਵਿਦਿਆਰਥੀਓ, ਕੰਪਰੈਸ਼ਨ ਸਟ੍ਰੋਕ ਦੇ ਅੰਤ ਵਿੱਚ ਸਪਾਰਕ ਪਲੱਗ ਆਪਣਾ ਇਗਨੀਸ਼ਨ ਸਿਸਟਮ ਆਪਣਾ ਕੰਮ ਕਰ ਦਿੰਦਾ ਹੈ ਸਪਾਰਕ ਲਗਾਉਣ ਦਾ, ਜਿਸ ਨਾਲ ਚੰਗਿਆੜੀ ਪੈਦਾ ਹੋਈ ਅਤੇ ਜਿਹੜਾ ਦਬਾਅ ਹੇਠ ਮਿਕਸਚਰ ਪੈਟਰੋਲ ਅਤੇ ਹਵਾ ਦਾ ਮਿਸ਼ਰਣ ਸੀ, ਉਸ ਨੂੰ ਸਡਨਲੀ ਅੱਗ ਲੱਗ ਗਈ, ਜਿਸ ਨਾਲ ਬਲਾਸਟ ਹੋਇਆ। The fuel-air mixture. The engine's power is derived from this cycle. Fourth, exhaust stroke. The exhaust valve. ਹੁਣ ਤੁਸੀਂ ਦੇਖਿਆ ਕਿਸ ਪ੍ਰਕਾਰ ਬਲਾਸਟ ਹੋਣ ਦੇ ਨਾਲ ਪਾਵਰ ਜਨਰੇਟ ਹੋਈ, ਜਿਸ ਨੂੰ ਆਪਾਂ ਪਾਵਰ ਸਟ੍ਰੋਕ ਕਹਿੰਦੇ ਹਾਂ। ਅਤੇ ਪਾਵਰ ਸਟ੍ਰੋਕ ਜਦੋਂ ਹੁੰਦਾ ਹੈ, ਪਿਸਟਨ ਬਹੁਤ ਹੀ ਜ਼ੋਰ ਨਾਲ ਥੱਲੇ ਨੂੰ ਡਾਊਨ ਹੁੰਦਾ ਹੈ ਅਤੇ ਕਨੈਕਟਿੰਗ ਰੋਡ ਅਤੇ ਕ੍ਰੈਂਕਸ਼ਾਫਟ ਨੂੰ ਘੁਮਾ ਦਿੰਦਾ ਹੈ। ਪਿਸਟਨ ਸਡਨਲੀ ਜ਼ੋਰ ਦੇ ਨਾਲ ਆਉਣ ਦੇ ਨਾਲ ਕਨੈਕਟਿੰਗ ਰੋਡ ਕ੍ਰੈਂਕਸ਼ਾਫਟ ਦੇ ਜੁੜੇ ਹੋਣ ਕਰਕੇ ਬਹੁਤ ਹੀ ਤੇਜ਼ ਗਤੀ ਨਾਲ ਘੁਮਾ ਦਿੰਦਾ ਹੈ। ਐਟ ਲਾਸਟ ਜਿਹੜਾ ਇਹ ਮਿਕਸਚਰ ਸਾਡਾ ਬਲ ਗਿਆ ਹੁੰਦਾ ਹੈ, ਇਹ ਧੂੰਏਂ ਵਿੱਚ ਤਬਦੀਲ ਹੋ ਜਾਂਦਾ ਹੈ, ਜਿਸ ਨੂੰ ਆਪਾਂ ਐਗਜ਼ੌਸਟ ਸਟ੍ਰੋਕ ਦੇ ਦੌਰਾਨ ਐਗਜ਼ੌਸਟ ਵਾਲਵ ਖੁੱਲ੍ਹ ਜਾਂਦਾ ਹੈ ਅਤੇ ਸਾਰਾ ਮਿਸ਼ਰਣ ਐਗਜ਼ੌਸਟ ਮੈਨੀਫੋਲਡ ਥਰੂ ਸਾਇਲੈਂਸਰ ਬਾਹਰ ਨਿਕਲ ਜਾਂਦਾ ਹੈ। ਇਸ ਨੂੰ ਆਪਾਂ ਦੇਖ ਸਕਦੇ ਹਾਂ। is opened and the piston travels back up, expelling the exhaust gases through the exhaust valve. At the top of the stroke, the exhaust valve is closed. This process is repeated. What have been presented is the cycle of operation of what. ਸੋ ਵਿਦਿਆਰਥੀਓ, ਇਹ ਜਿਹੜੀ ਵਿਧੀ ਹੈ 4 ਸਟ੍ਰੋਕ ਇੰਜਨ ਦੀ 4 ਸਟ੍ਰੋਕਾਂ ਦੇ ਵਿੱਚ ਸਾਡੀ ਹੋ ਚੁੱਕੀ ਹੈ। ਪਹਿਲਾ ਪਿਸਟਨ TDC to BDC ਆਇਆ, ਇੱਕ ਸਟ੍ਰੋਕ ਇਹ ਬਣ ਗਿਆ ਇਨਟੇਕ ਸਟ੍ਰੋਕ ਦੌਰਾਨ। ਫਿਰ TDC BDC to TDC ਗਿਆ, ਇਹ ਸਾਡਾ ਦੂਸਰਾ ਸਟ੍ਰੋਕ ਹੋ ਗਿਆ ਕੰਬਸਸ਼ਨ ਸਟ੍ਰੋਕ, ਅਤੇ ਕੰਪਰੈਸ਼ਨ ਸਟ੍ਰੋਕ ਇਹ ਸਾਡਾ ਕੰਪਲੀਟ ਹੋ ਗਿਆ। ਅਤੇ ਤੀਜਾ ਸਾਡਾ ਕੰਬਸਸ਼ਨ ਸਟ੍ਰੋਕ। ਸੋ ਕੰਪਰੈਸ਼ਨ ਸਟ੍ਰੋਕ,
ਕੰਪਰੈਸ਼ਨ ਸਟ੍ਰੋਕ ਤੋਂ ਬਾਅਦ ਪਾਵਰ ਸਟ੍ਰੋਕ ਅਤੇ ਇਹ ਐਗਜ਼ੌਸਟ ਸਟ੍ਰੋਕ ਕੰਪਲੀਟ। ਇਹ 4 ਸਟ੍ਰੋਕਾਂ ਦੇ ਨਾਲ ਸਾਡਾ 4 ਸਟ੍ਰੋਕ ਇੰਜਨ ਕੰਮ ਕਰਦਾ ਹੈ ਅਤੇ ਇਹ ਵਿਧੀ ਨਿਰੰਤਰ ਚੱਲਦੀ ਰਹਿੰਦੀ ਹੈ। ਇਸ ਵਿੱਚ ਇਹ ਚੀਜ਼ ਡਿਪੈਂਡ ਹੁੰਦੀ ਹੈ ਕਿ ਕਿੰਨੇ ਨੰਬਰ ਆਫ ਸਿਲੰਡਰ ਹੈ। ਇੱਕ ਟਾਈਮ ਇੱਕ ਸਿਲੰਡਰ 'ਤੇ ਹੀ ਬਲਾਸਟ ਹੁੰਦਾ ਹੈ, ਫਿਊਲ ਏਅਰ ਮਿਕਸਚਰ ਅੰਦਰ ਆਉਂਦਾ ਹੈ, ਅਤੇ ਸਾਡੀ ਫਾਇਰ ਆਰਡਰ 'ਤੇ ਡਿਪੈਂਡ ਕਰਦਾ ਹੈ ਕਿ ਕਿਸ ਪ੍ਰਕਾਰ ਅਸੀਂ ਫਾਇਰ ਆਰਡਰ ਇਸ ਦਾ ਸੈੱਟ ਕੀਤਾ ਹੈ। Cylinder of a 4-stroke engine. Generally, engines have 2 or more cylinders acting in concert with each other to produce the engine power. ਸੋ ਵਿਦਿਆਰਥੀਓ, ਇੱਥੇ ਇੱਕ ਵੀਡੀਓ ਦੇ ਰਾਹੀਂ ਅਸੀਂ ਇੰਜਣ ਦੀ ਵਰਕਿੰਗ ਸਮਝਣ ਦੀ ਕੋਸ਼ਿਸ਼ ਕੀਤੀ। ਉਮੀਦ ਹੈ ਕਿ ਤੁਹਾਨੂੰ ਇਹ ਅੱਜ ਦਾ ਲੈਕਚਰ ਸਮਝ ਆਇਆ ਹੋਵੇਗਾ ਅਤੇ ਕਿਸੇ ਵੀ ਵਿਦਿਆਰਥੀ ਨੂੰ ਇਸ ਵਿੱਚ ਕੁਝ ਸਮਝ ਨਾ ਆਇਆ ਹੋਵੇ ਉਹ ਮੈਨੂੰ ਸੰਪਰਕ ਕਰ ਸਕਦਾ ਹੈ। ਧੰਨਵਾਦ।